ਵਿਦਿਆਰਥੀਓ ਪਿਛਲੇ ਮੌਕ ਟੈਸਟ ਦੇ ਵਿੱਚ ਤੁਹਾਡੇ ਤੋਂ 2 ਪ੍ਰਸ਼ਨ ਪੁੱਛੇ ਸੀ ਮੈਂ ਤੇ ਕਮੈਂਟ ਕਰਨ ਲਈ ਕਿਹਾ ਸੀ। ਤੁਹਾਨੂੰ ਪ੍ਰਸ਼ਨਾਂ ਦੇ ਉੱਤਰ ਮੈਂ ਦੱਸਣ ਜਾ ਰਿਹਾ। ਪਹਿਲਾ ਪ੍ਰਸ਼ਨ ਤੁਹਾਡੇ ਤੋਂ ਪੁੱਛਿਆ ਗਿਆ ਸੀ ਕਿ ਠੰਡੀਆਂ ਛਾਵਾਂ ਕਹਾਣੀ ਸੰਗ੍ਰਹਿ ਕਿਸ ਦੀ ਰਚਨਾ ਹੈ। ਤਾਂ ਇਹ ਕਹਾਣੀ ਸੰਗ੍ਰਹਿ ਹੈ ਜੋ ਨਾਨਕ ਸਿੰਘ ਦੀ ਰਚਨਾ ਹੈ। ਤੇ ਦੂਜਾ ਪ੍ਰਸ਼ਨ ਪੁੱਛਿਆ ਗਿਆ ਸੀ ਸਭ ਰੰਗ ਅਤੇ ਨਵਾਂ ਰੰਗ ਦੀ ਸਾਹਿਤਕ ਵਿਧਾ ਕੀ ਹੈ। ਕਹਾਣੀ ਸੰਗ੍ਰਹਿ ਸੀ ਇਹ ਕਿਸ ਦੀ ਰਚਨਾ ਨੇ। ਇਹ ਕਹਾਣੀ ਸੰਗ੍ਰਹਿ ਨੇ ਜੋ ਸੁਜਾਨ ਸਿੰਘ ਦੀ ਰਚਨਾ ਨੇ। ਤਾਂ ਪਿਆਰੇ ਵਿਦਿਆਰਥੀਓ ਇਸ YouTube ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜਿਸ ਦਾ ਨਾਮ ਹੈ ਅਮਿਤ ਜਿੰਦਲ। ਉਮੀਦ ਕਰਦਾ ਕਿ ਤੁਹਾਡੀ ਤਿਆਰੀ ਹੈ ਜੋ ਵਧੀਆ ਢੰਗ ਦੇ ਨਾਲ ਚੱਲ ਰਹੀ ਹੋਵੇਗੀ ਤੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ। ਅੱਜ ਦਾ ਮੌਕ ਟੈਸਟ ਸ਼ੁਰੂ ਕਰਦੇ ਹਾਂ ਜਿਹਦੇ ਵਿੱਚ ਸਪੈਸ਼ਲ ਮੌਕ ਟੈਸਟ ਹੈ। 30 ਪ੍ਰਸ਼ਨ ਸ਼ਾਮਲ ਕੀਤੇ ਗਏ ਨੇ। ਸ਼ੁਰੂ ਕਰਦੇ ਹਾਂ ਜੀ। ਪਹਿਲਾ ਪ੍ਰਸ਼ਨ ਕਹਾਣੀਕਾਰ ਸੁਜਾਨ ਸਿੰਘ ਦਾ ਜੀਵਨ ਕਾਲ ਸੀ। ਆਪਸ਼ਨ ਹੈ 1921 ਤੋਂ ਲੈ ਕੇ 1987, 1899 ਤੋਂ ਲੈ ਕੇ 1976, 1909 ਤੋਂ ਲੈ ਕੇ 1993, 1895 ਤੋਂ ਲੈ ਕੇ 1977। ਤਾਂ ਪਿਆਰੇ ਵਿਦਿਆਰਥੀਓ 4 ਜੀਵਨ ਕਾਲ ਦਿੱਤੇ ਗਏ ਨੇ। ਇਹਨਾਂ ਦੇ ਵਿੱਚੋਂ ਸੁਜਾਨ ਸਿੰਘ ਦਾ ਕਿਹੜਾ ਸੀ। ਸਹੀ ਉੱਤਰ ਹੈ ਜੀ ਇਹਦਾ ਈੜੀ 1909 ਤੋਂ ਲੈ ਕੇ 1993। ਪਹਿਲਾ ਜੋ ਜੀਵਨ ਕਾਲ ਹੈ 1921 ਵਾਲਾ 1921 ਤੋਂ ਲੈ ਕੇ 1987 ਇਹ ਹੈ ਜੀ ਕੁਲਵੰਤ ਸਿੰਘ ਵਿਰਕ ਦਾ। ਦੂਜਾ ਹੈਗਾ 1899 ਤੋਂ 1976 ਗੁਰਮੁਖ ਸਿੰਘ ਮੁਸਾਫਿਰ ਦਾ। ਚੌਥਾ ਹੈਗਾ 1895 ਤੋਂ ਲੈ ਕੇ 1977 ਇਹ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜੀਵਨ ਕਾਲ ਹੈ ਇਹ। ਤਾਂ ਇਸ ਤਰ੍ਹਾਂ 4 ਪ੍ਰਸ਼ਨ ਨੇ ਜੋ ਇੱਕ ਪ੍ਰਸ਼ਨ ਦੇ ਵਿੱਚ ਹੀ ਕੰਪਲੀਟ ਹੋ ਗਏ। ਧਿਆਨ ਦੇ ਨਾਲ ਪ੍ਰਸ਼ਨ ਸੁਣਨੇ ਨੇ ਤੇ ਸਮਝਣੇ ਨੇ। ਦੂਜਾ ਪ੍ਰਸ਼ਨ ਹੈ ਜੀ ਬਾਗੀ ਦੀ ਧੀ ਕਹਾਣੀ ਕਿਸ ਦੀ ਰਚਨਾ ਹੈ। ਸੁਜਾਨ ਸਿੰਘ, ਅਜੀਤ ਕੌਰ, ਗੁਰਮੁਖ ਸਿੰਘ ਮੁਸਾਫਿਰ ਜਾਂ ਕੁਲਵੰਤ ਸਿੰਘ ਵਿਰਕ। ਸਹੀ ਉੱਤਰ ਹੈ ਜਿਹਦਾ ਈੜੀ ਗੁਰਮੁਖ ਸਿੰਘ ਮੁਸਾਫਿਰ। ਤੀਜਾ ਪ੍ਰਸ਼ਨ ਹੈ ਗੁਰਮੁਖ ਸਿੰਘ ਮੁਸਾਫਿਰ ਰਹਿ ਚੁੱਕੇ ਹਨ ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ, ਪੰਜਾਬ ਦੇ ਮੁੱਖ ਮੰਤਰੀ ਜਾਂ ਉਪਰੋਕਤ ਸਾਰੇ। ਤਾਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਇਹਨਾਂ ਬਾਰੇ। ਸਹੀ ਉੱਤਰ ਹੈ ਜਿਹਦਾ ਉਪਰੋਕਤ ਸਾਰੇ ਰਹਿ ਚੁੱਕੇ ਨੇ ਇਹ। ਚੌਥਾ ਪ੍ਰਸ਼ਨ ਹੈ ਜੀ ਕੁਰਸੀ ਕਿਸ ਦਾ ਕਹਾਣੀ ਸੰਗ੍ਰਹਿ ਹੈ। ਦਲੀਪ ਕੌਰ, ਅਜੀਤ ਕੌਰ, ਰਘੁਵੀਰ ਢੰਡ ਜਾਂ ਵਰਿਆਮ ਸਿੰਘ ਸੰਧੂ। ਕੁਰਸੀ ਕਹਾਣੀ ਸੰਗ੍ਰਹਿ ਸਹੀ ਉੱਤਰ ਹੈ ਜਿਹਦਾ ਈੜੀ ਰਘੁਵੀਰ ਢੰਡ। ਪੰਜਵਾਂ ਪ੍ਰਸ਼ਨ ਹੈ ਜੀ ਨਵਤੇਜ ਸਿੰਘ ਦਾ ਦੇਸ਼ ਵਾਪਸੀ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ। ਆਪਸ਼ਨ ਹੈ 1955, 1959, 1947 ਜਾਂ 2003। ਸਹੀ ਉੱਤਰ ਹੈ ਜੀ ਊੜਾ 1955 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਛੇਵਾਂ ਪ੍ਰਸ਼ਨ ਅੰਗ ਸੰਗ ਕਹਾਣੀ ਕਿਸ ਦੀ ਰਚਨਾ ਹੈ। ਡਾਕਟਰ ਦਲੀਪ ਕੌਰ ਟਿਵਾਣਾ, ਕੁਲਵੰਤ ਸਿੰਘ ਵਿਰਕ, ਵਰਿਆਮ ਸਿੰਘ ਸੰਧੂ ਜਾਂ ਅਜੀਤ ਕੌਰ। ਸਹੀ ਉੱਤਰ ਹੈ ਜੀ ਇਹਦਾ ਈੜੀ ਵਰਿਆਮ ਸਿੰਘ ਸੰਧੂ ਦੀ ਰਚਨਾ ਹੈ ਅੰਗ ਸੰਗ ਕਹਾਣੀ। 7ਵਾਂ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਸ ਕਹਾਣੀ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਹੋਇਆ। ਛਾਹ ਵੇਲਾ, ਨਵੇਂ ਲੋਕ, ਦੁੱਧ ਦਾ ਛੱਪੜ ਜਾਂ ਧਰਤੀ ਤੇ ਆਕਾਸ਼। ਸਹੀ ਉੱਤਰ ਹੈ ਜਿਹਦਾ ਆੜਾ ਨਵੇਂ ਲੋਕ ਕਹਾਣੀ ਸੰਗ੍ਰਹਿ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਸੀ ਭਾਰਤੀ ਸਾਹਿਤ ਅਕਾਦਮੀ। 8ਵਾਂ ਪ੍ਰਸ਼ਨ ਹੈ ਜੀ ਅੱਗੇ ਕੰਧਾਂ ਬੋਲ ਪਈਆਂ ਤੇ 27 ਜਨਵਰੀ ਕਿਸ ਦੇ ਕਹਾਣੀ ਸੰਗ੍ਰਹਿ ਹਨ। ਕੰਧਾਂ ਬੋਲ ਪਈਆਂ ਤੇ 27 ਜਨਵਰੀ। ਆਪਸ਼ਨ ਹੈ ਜੀ ਮੋਹਨ ਭੰਡਾਰੀ, ਦਲੀਪ ਕੌਰ ਟਿਵਾਣਾ, ਗੁਰਮੁਖ ਸਿੰਘ ਮੁਸਾਫਿਰ ਜਾਂ ਕੁਲਵੰਤ ਸਿੰਘ ਵਿਰਕ। ਸਹੀ ਉੱਤਰ ਹੈ ਜਿਹਦਾ ਈੜੀ ਗੁਰਮੁਖ ਸਿੰਘ ਮੁਸਾਫਿਰ ਦੇ ਕਹਾਣੀ ਸੰਗ੍ਰਹਿ ਨੇ। ਅਗਲਾ ਜੀ 9ਵਾਂ ਪ੍ਰਸ਼ਨ ਅਜੀਤ ਕੌਰ ਰਚਿਤ ਮਹਿਕ ਦੀ ਮੌਤ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ। 1966, 1982, 1991, 1891 ਜਾਂ 1991। ਮਹਿਕ ਦੀ ਮੌਤ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ। ਸਹੀ ਉੱਤਰ ਹੈ ਜੀ ਊੜਾ 1996 ਦੇ ਵਿੱਚ 1966 ਦੇ ਵਿੱਚ 1966 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਹ। 10ਵਾਂ ਪ੍ਰਸ਼ਨ ਰਘੁਵੀਰ ਢੰਡ ਦਾ ਦੇਹਾਂਤ ਕਦੋਂ ਹੋਇਆ। ਕਿੱਥੇ ਹੋਇਆ ਸੀ। ਅਮਰੀਕਾ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ। ਰਘੁਵੀਰ ਢੰਡ ਦਾ ਦੇਹਾਂਤ ਕਿੱਥੇ ਹੋਇਆ। ਸਹੀ ਉੱਤਰ ਹੈ ਜੀ ਇਹਦਾ ਇੰਗਲੈਂਡ ਦੇ ਵਿੱਚ ਹੋਇਆ ਸੀ। 11ਵਾਂ ਪ੍ਰਸ਼ਨ ਨਵਤੇਜ ਸਿੰਘ ਪ੍ਰੀਤਲੜੀ ਦਾ ਚੋਣਵਾਂ ਕਹਾਣੀ ਸੰਗ੍ਰਹਿ ਕਿਹੜਾ ਹੈ। ਆਪਸ਼ਨ ਹੈ ਜੀ ਦੇਸ਼ ਵਾਪਸੀ, ਭਾਈਆਂ ਬਾਂਝ, ਕੋਟ ਤੇ ਮਨੁੱਖ, ਚਾਨਣ ਦੇ ਬੀਜ। ਪਿਆਰੇ ਵਿਦਿਆਰਥੀਓ ਪ੍ਰਸ਼ਨ ਧਿਆਨ ਦੇ ਨਾਲ ਪੜ੍ਹਨਾ। ਨਵਤੇਜ ਸਿੰਘ ਪ੍ਰੀਤਲੜੀ ਦਾ ਚੋਣਵਾਂ ਕਹਾਣੀ ਸੰਗ੍ਰਹਿ ਪੁੱਛਿਆ ਗਿਆ। ਤਾਂ ਚੋਣਵੇਂ ਕਹਾਣੀ ਸੰਗ੍ਰਹਿ ਦੇ ਵਿੱਚ ਇੱਕ ਅਜਿਹਾ ਕਹਾਣੀ ਸੰਗ੍ਰਹਿ ਤਿਆਰ ਕੀਤਾ ਗਿਆ ਜਿਹਦੇ ਵਿੱਚ ਸਾਰੇ ਕਹਾਣੀ ਸੰਗ੍ਰਹਿਾਂ ਤੋਂ ਜੋ ਵਧੀਆ ਵਧੀਆ ਰਚਨਾਵਾਂ ਸੀ ਲੈ ਕੇ ਸ਼ਾਮਲ ਕੀਤੀਆਂ ਗਈਆਂ ਉਹ ਬਣ ਗਿਆ ਉਹਨਾਂ ਦਾ ਚੋਣਵਾਂ ਕਹਾਣੀ ਸੰਗ੍ਰਹਿ।
ਨਵਤੇਜ ਸਿੰਘ ਪ੍ਰੀਤਲੜੀ ਦਾ 94 ਕਹਾਣੀ ਸੰਗ੍ਰਹਿ ਦਾ ਕੀ ਨਾਮ ਸੀ? ਸਹੀ ਉੱਤਰ ਹੈ ਜੀ ਇਹਦਾ ਕੋਟ ਤੇ ਮਨੁੱਖ। 12ਵਾਂ ਪ੍ਰਸ਼ਨ ਹੈ ਜੀ ਅੱਗੇ, ਤਾਰ ਉੱਤੇ ਤੁਰਦਾ ਆਦਮੀ ਕਿਸ ਦੀ ਰਚਨਾ ਹੈ? ਤਾਰ ਉੱਤੇ ਤੁਰਦਾ ਆਦਮੀ ਕਹਾਣੀ ਕਿਸ ਦੀ ਰਚਨਾ ਹੈ? ਵਰਿਆਮ ਸਿੰਘ ਸੰਧੂ, ਨਵਤੇਜ ਸਿੰਘ ਪ੍ਰੀਤਲੜੀ, ਬਲਵੰਤ ਗਾਰਗੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਜੀ ਇਹਦਾ ਊੜਾ ਵਰਿਆਮ ਸਿੰਘ ਸੰਧੂ ਦੀ ਰਚਨਾ ਹੈ। 13ਵਾਂ ਪ੍ਰਸ਼ਨ, ਧੂੰ ਭਰੀ ਹੁੰਗਾਰਾ ਦੀ ਸਾਹਿਤਕ ਵਿਧਾ ਕੀ ਹੈ? ਲੇਖ ਸੰਗ੍ਰਹਿ, ਕਹਾਣੀ ਸੰਗ੍ਰਹਿ, ਨਾਵਲ ਜਾਂ ਨਾਟਕ? ਧੂੰ ਭਰੀ ਹੁੰਗਾਰਾ। ਸਹੀ ਉੱਤਰ ਹੈ ਜੀ ਇਹਦਾ ਆੜਾ ਕਹਾਣੀ ਸੰਗ੍ਰਹਿ ਹੈ। 14ਵਾਂ ਪ੍ਰਸ਼ਨ, ਨੌਰੰਗ ਸਿੰਘ ਦਾ ਕਹਾਣੀ ਸੰਗ੍ਰਹਿ ਨਹੀਂ ਹੈ। ਲਛਮਣ ਰੇਖਾ, ਮਿਰਜ਼ੇ ਦੀ ਜੂਹ, ਬੂਹਾ ਖੁੱਲ੍ਹ ਗਿਆ, ਬੋਝਲ ਪੰਡ? ਸਹੀ ਉੱਤਰ ਹੈ ਇਹਦਾ ਊੜਾ ਲਛਮਣ ਰੇਖਾ ਜੋ ਉਹ ਨੌਰੰਗ ਸਿੰਘ ਦਾ ਕਹਾਣੀ ਸੰਗ੍ਰਹਿ ਨਹੀਂ ਹੈਗਾ। ਬਾਕੀ 3 ਸੰਗ੍ਰਹਿ ਨੇ ਜੋ ਨੌਰੰਗ ਸਿੰਘ ਦੀ ਰਚਨਾ ਨੇ। 15ਵਾਂ ਪ੍ਰਸ਼ਨ ਹੈ ਜੀ, ਸੁਜਾਨ ਸਿੰਘ ਦਾ ਦੁੱਖ ਸੁੱਖ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ? 1982, 1996, 1941 ਜਾਂ 1947? ਸਹੀ ਉੱਤਰ ਹੈ ਇਹਦਾ 1941। 16ਵਾਂ ਪ੍ਰਸ਼ਨ, ਮਨੁੱਖ ਤੇ ਪਸ਼ੂ ਦੀ ਸਾਹਿਤਕ ਵਿਧਾ ਕੀ ਹੈ? ਨਾਵਲ, ਨਾਟਕ, ਇਕਾਂਗੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਮਨੁੱਖ ਤੇ ਪਸ਼ੂ ਦੀ ਸਾਹਿਤਕ ਵਿਧਾ ਨਾਵਲ, ਨਾਟਕ, ਇਕਾਂਗੀ ਜਾਂ ਕੋਈ ਨਹੀਂ। ਸਹੀ ਉੱਤਰ ਹੈ ਇਹਦਾ ਸੱਸਾ ਉਪਰੋਕਤ ਵਿੱਚੋਂ ਕੋਈ ਨਹੀਂ, ਕਿਉਂਕਿ ਇਹ ਕਹਾਣੀ ਹੈ। 17ਵਾਂ ਪ੍ਰਸ਼ਨ, ਫਾਲਤੂ ਔਰਤ ਅਤੇ ਨਵੰਬਰ 84 ਕਹਾਣੀ ਸੰਗ੍ਰਹਿ ਕਿਸ ਦੀ ਰਚਨਾ ਹਨ? ਦਲੀਪ ਕੌਰ, ਵਰਿਆਮ ਸਿੰਘ ਸੰਧੂ, ਰਘੁਵੀਰ ਢੰਡ ਜਾਂ ਅਜੀਤ ਕੌਰ? ਸਹੀ ਉੱਤਰ ਹੈ ਇਹਦਾ ਸੱਸਾ ਅਜੀਤ ਕੌਰ ਦੀ ਰਚਨਾ ਨੇ ਇਹ। 18ਵਾਂ ਪ੍ਰਸ਼ਨ, ਨਵਤੇਜ ਸਿੰਘ ਕਹਾਣੀਕਾਰ ਦੇ ਪਿਤਾ ਦਾ ਕੀ ਨਾਮ ਸੀ? ਗੁਰਬਖਸ਼ ਸਿੰਘ ਸੰਧੂ, ਗੁਰਬਖਸ਼ ਸਿੰਘ ਪ੍ਰੀਤਲੜੀ, ਅਮਰਜੀਤ ਕਾਂਗ ਜਾਂ ਗੁਲਜ਼ਾਰ ਸਿੰਘ ਸੰਧੂ? ਤਾਂ ਇਹ ਵੀ ਪਹਿਲਾਂ ਬਹੁਤ ਵਾਰੀ ਰਿਪੀਟ ਹੋ ਚੁੱਕਿਆ ਹੈ। ਸਹੀ ਉੱਤਰ ਹੈ ਇਹਦਾ ਗੁਰਬਖਸ਼ ਸਿੰਘ ਪ੍ਰੀਤਲੜੀ। 19ਵਾਂ ਪ੍ਰਸ਼ਨ ਹੈ ਜੀ, ਨਵਤੇਜ ਸਿੰਘ ਦਾ ਕਿਹੜਾ ਕਹਾਣੀ ਸੰਗ੍ਰਹਿ 2003 ਵਿੱਚ ਪ੍ਰਕਾਸ਼ਿਤ ਹੋਇਆ? ਬਾਸਮਤੀ ਦੀ ਮਹਿਕ, ਚਾਨਣ ਦੇ ਬੀਜ, ਬਹਾਰ ਆਉਣ ਤੱਕ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਜਿਹਦਾ ਈੜੀ, ਬਹਾਰ ਆਉਣ ਤੱਕ। 20ਵਾਂ ਪ੍ਰਸ਼ਨ, ਜਾਗ੍ਰਿਤੀ ਮਾਸਿਕ ਪੱਤਰ ਦਾ ਸੰਪਾਦਕ ਕੌਣ ਸੀ? ਕੁਲਵੰਤ ਸਿੰਘ ਵਿਰਕ, ਵਰਿਆਮ ਸਿੰਘ ਸੰਧੂ, ਧਨੀ ਰਾਮ ਚਾਤ੍ਰਿਕ, ਗੁਰਬਖਸ਼ ਸਿੰਘ ਪ੍ਰੀਤਲੜੀ? 4 ਆਪਸ਼ਨ ਹੈ ਜੀ। ਜਾਗ੍ਰਿਤੀ ਮਾਸਿਕ ਪੱਤਰ ਦਾ ਸੰਬੰਧ ਸੀ ਕੁਲਵੰਤ ਸਿੰਘ ਵਿਰਕ ਦੇ ਨਾਲ। 21ਵਾਂ ਪ੍ਰਸ਼ਨ ਹੈ ਪਿਆਰੇ ਵਿਦਿਆਰਥੀਓ ਅੱਗੇ, ਕੁਲਵੰਤ ਸਿੰਘ ਵਿਰਕ ਦਾ ਜੀਵਨ ਕਾਲ ਕੀ ਸੀ? ਆਪਸ਼ਨ ਨੇ 1911 ਤੋਂ 1971, 1991 ਤੋਂ ਹੁਣ ਤੱਕ, 1946 ਤੋਂ 1998 ਜਾਂ 1921 ਤੋਂ ਲੈ ਕੇ 1987 ਤੱਕ। ਤਾਂ ਆਪਾਂ ਪਹਿਲੇ ਪ੍ਰਸ਼ਨ ਦੇ ਵਿੱਚ ਵੀ ਇਹਨੂੰ ਰਿਪੀਟ ਕਰ ਚੁੱਕੇ ਹਾਂ। ਤਾਂ ਸਹੀ ਉੱਤਰ ਹੈ ਜਿਹਦਾ ਸੱਸਾ 1921 ਤੋਂ ਲੈ ਕੇ 1987 ਈਸਵੀ ਤੱਕ ਸੀ ਕੁਲਵੰਤ ਸਿੰਘ ਵਿਰਕ ਦਾ ਜੀਵਨ ਕਾਲ। ਤਾਂ ਪਿਆਰੇ ਵਿਦਿਆਰਥੀਓ, ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ, ਇਸ ਮੌਕ ਟੈਸਟ ਦੇ ਵਿੱਚ 30 ਪ੍ਰਸ਼ਨ ਨੇ। ਤਾਂ ਸਾਰੇ ਪ੍ਰਸ਼ਨ ਇੰਪੋਰਟੈਂਟ ਨੇ, ਤਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੂੰ ਜ਼ਰੂਰ ਦੇਖਿਓ। ਪੱਤਨ ਤੇ ਸਰਾਂ ਕਿਸ ਦਾ ਸੰਪਾਦਿਤ ਕਹਾਣੀ ਸੰਗ੍ਰਹਿ ਹੈ? ਮੋਹਨ ਭੰਡਾਰੀ, ਅਜੀਤ ਕੌਰ, ਸੁਜਾਨ ਸਿੰਘ ਜਾਂ ਰਘੁਵੀਰ ਢੰਡ? ਸੰਪਾਦਿਤ ਕਹਾਣੀ ਸੰਗ੍ਰਹਿ। ਸਹੀ ਉੱਤਰ ਹੈ ਜੀ ਈੜੀ, ਸੁਜਾਨ ਸਿੰਘ ਦਾ ਇਹ। 23ਵਾਂ ਪ੍ਰਸ਼ਨ, ਅਜੀਤ ਕੌਰ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਕਿਸ ਸਾਹਿਤਕ ਵਿਧਾ ਲਈ ਸਨਮਾਨ ਪ੍ਰਾਪਤ ਹੋਇਆ ਸੀ? ਜੀਵਨੀ, ਸਵੈ ਜੀਵਨੀ, ਕਹਾਣੀ ਜਾਂ ਨਾਵਲ? ਅਜੀਤ ਕੌਰ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਕਿਸ ਸਾਹਿਤਕ ਵਿਧਾ ਲਈ ਸਨਮਾਨ ਪ੍ਰਾਪਤ ਹੋਇਆ ਸੀ? ਸਹੀ ਉੱਤਰ ਹੈ ਜੀ ਉਹਦਾ ਆੜਾ ਸਵੈ ਜੀਵਨੀ ਦੇ ਲਈ। 24ਵਾਂ ਪ੍ਰਸ਼ਨ ਹੈ ਜੀ, ਵਰਿਆਮ ਸੰਧੂ ਰਚਿਤ ਤਿਲ ਫੁੱਲ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ? ਤਾਂ ਜੋ ਵਰਿਆਮ ਸਿੰਘ ਸੰਧੂ ਦਾ ਇਹ ਕਹਾਣੀ ਸੰਗ੍ਰਹਿ ਹੈ ਜਿਹਦਾ ਨਾਮ ਹੈ ਤਿਲ ਫੁੱਲ। ਇਹਦੇ ਵਿੱਚ ਉਹਦੀਆਂ ਸਮੁੱਚੀਆਂ ਕਹਾਣੀਆਂ ਨੇ ਜਿੰਨੀਆਂ ਵਰਿਆਮ ਸਿੰਘ ਸੰਧੂ ਨੇ ਲਿਖੀਆਂ ਨੇ। ਇਹਦਾ ਪ੍ਰਕਾਸ਼ਨ ਸਾਲ ਦੱਸਣਾ 1971, 1972, 1973 ਜਾਂ 2000? ਸਹੀ ਉੱਤਰ ਹੈ ਜਿਹਦਾ ਸੱਸਾ 2000 ਈਸਵੀ ਦੇ ਵਿੱਚ ਜਾਂ 2000 ਸਨ ਦੇ ਵਿੱਚ ਇਹ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ। 25ਵਾਂ ਪ੍ਰਸ਼ਨ ਹੈ ਜੀ, ਮੁਰਕੀਆਂ ਕਹਾਣੀ ਕਿਸ ਦੀ ਰਚਨਾ ਹੈ? ਨਵਤੇਜ ਪ੍ਰੀਤਲੜੀ, ਗੁਰਬਖਸ਼ ਪ੍ਰੀਤਲੜੀ, ਨੌਰੰਗ ਸਿੰਘ ਜਾਂ ਅਜੀਤ ਕੌਰ? ਤਾਂ ਮੁਰਕੀਆਂ ਕਹਾਣੀਆਂ ਜੋ ਸਹੀ ਉੱਤਰ ਹੈ ਜਿਹਦਾ ਈੜੀ, ਨੌਰੰਗ ਸਿੰਘ ਦੀ ਰਚਨਾ ਹੈ। 26ਵਾਂ ਪ੍ਰਸ਼ਨ, ਗੁਰਬਖਸ਼ ਸਿੰਘ ਦਾ ਕਹਾਣੀ ਸੰਗ੍ਰਹਿ ਚੁਣੋ।
ਅਨੋਖੇ ਤੇ ਇਕੱਲੇ, ਭਾਬੀ ਮੈਨਾ, ਪ੍ਰੀਤਾਂ ਦਾ ਪਹਿਰੇਦਾਰ ਜਾਂ ਉਪਰੋਕਤ ਸਾਰੇ। ਸਹੀ ਉੱਤਰ ਹੈ ਜਿਹਦਾ ਸੱਸਾ। ਉਪਰੋਕਤ ਸਾਰੇ ਕਹਾਣੀ ਸੰਗ੍ਰਹਿ ਨੇ ਜੋ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਨੇ। ਤਾਂ ਅਗਲਾ ਪ੍ਰਸ਼ਨ ਪਿਆਰੇ ਵਿਦਿਆਰਥੀਓ ਧਿਆਨ ਦੇ ਨਾਲ ਸੁਣਿਓ, ਸਮਝਿਓ ਤੇ ਮੈਚ ਕਰਿਓ ਤੇ ਇਹਦਾ ਉੱਤਰ ਸਹੀ ਦੇਣਾ ਤੁਸੀਂ। ਕਹਾਣੀਕਾਰ ਅਤੇ ਕਹਾਣੀ ਸੰਗ੍ਰਹਿ ਨੇ ਮਿਲਾਨ ਕਰਨੇ ਨੇ ਕਿ ਕਿਸ ਕਹਾਣੀਕਾਰ ਦਾ ਕਿਹੜਾ ਕਹਾਣੀ ਸੰਗ੍ਰਹਿ ਹੈ। ਇੱਕ ਪਾਸੇ ਕਹਾਣੀਕਾਰ ਨੇ ਅਜੀਤ ਕੌਰ, ਨਾਨਕ ਸਿੰਘ, ਗੁਰਬਖਸ਼ ਸਿੰਘ ਜਾਂ ਗੁਰਗਵੀਰ ਢੰਡ, ਤੇ ਕਹਾਣੀ ਸੰਗ੍ਰਹਿ ਨੇ ਵੀਨਾ ਵਿਨੋਦ, ਉਸ ਪਾਰ, ਠੰਡੀਆਂ ਛਾਵਾਂ, ਨਾ ਮਾਰੋ। ਤਾਂ ਇਹਨਾਂ ਨੂੰ ਤੁਸੀਂ ਮੈਚ ਕਰਕੇ ਸਹੀ ਆਪਸ਼ਨ ਦੱਸਣੇ ਨੇ। ਚਾਰਾਂ ਦੇ ਵਿੱਚੋਂ 4 ਆਪਸ਼ਨ ਤੁਹਾਨੂੰ ਨੀਚੇ ਦਿੱਤੇ ਗਏ ਨੇ। ਹਾਂਜੀ, ਤਾਂ ਮੈਚ ਕਰਦਾ ਜੀ ਇਹਨਾਂ ਨੂੰ। ਪਹਿਲਾਂ ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਹੈ, ਇਹਨਾਂ ਦੇ ਵਿੱਚੋਂ ਨਾ ਮਾਰੋ। ਨਾਨਕ ਸਿੰਘ ਦਾ ਕਹਾਣੀ ਸੰਗ੍ਰਹਿ ਹੈ ਠੰਡੀਆਂ ਛਾਵਾਂ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਕਹਾਣੀ ਸੰਗ੍ਰਹਿ ਹੈ ਵੀਨਾ ਵਿਨੋਦ। ਤੇ ਰਘੁਵੀਰ ਢੰਡ ਦਾ ਕਹਾਣੀ ਸੰਗ੍ਰਹਿ ਹੈ ਉਸ ਪਾਰ। ਤਾਂ ਸਹੀ ਉੱਤਰ ਹੋ ਗਿਆ ਜਿਹਦਾ ਆੜਾ। ਪਹਿਲੇ ਦਾ ਡੀ ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਨਾ ਮਾਰੋ, ਦੂਜੇ ਦਾ ਸੀ ਨਾਨਕ ਸਿੰਘ ਦਾ ਕਹਾਣੀ ਸੰਗ੍ਰਹਿ ਠੰਡੀਆਂ ਛਾਵਾਂ, ਤੀਜੇ ਦਾ ਏ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਕਹਾਣੀ ਸੰਗ੍ਰਹਿ ਵੀਨਾ ਵਿਨੋਦ, ਤੇ ਚੌਥੇ ਦਾ ਵੀ ਰਘੁਵੀਰ ਢੰਡ ਦਾ ਕਹਾਣੀ ਸੰਗ੍ਰਹਿ ਹੈ ਉਸ ਪਾਰ। ਅੱਗੇ ਜੀ 28ਵਾਂ ਪ੍ਰਸ਼ਨ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜੀਵਨ ਕਾਲ ਸੀ। ਤਾਂ ਤੁਸੀਂ ਦੱਸੇ ਦਿਓਗੇ ਸਹੀ ਉੱਤਰ ਇਹਦਾ ਊੜਾ 1895 ਤੋਂ 1977। 29ਵਾਂ ਪ੍ਰਸ਼ਨ ਹੈ ਜੀ ਬੰਮ ਬਹਾਦਰ ਕਹਾਣੀ ਵਿੱਚ ਬੰਮ ਬਹਾਦਰ ਕੌਣ ਸੀ। ਸੀਰੀ ਸੀ, ਰਾਜਾ ਸੀ, ਹਾਥੀ ਸੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਪਹਿਲਾਂ ਵੀ ਮੌਕ ਟੈਸਟ ਦੇ ਵਿੱਚ ਕਰ ਚੁੱਕੇ ਹਾਂ ਕਿ ਬੰਮ ਬਹਾਦਰ ਕਹਾਣੀ ਹੈ ਜੋ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ। ਤਾਂ ਇਹਦੇ ਵਿੱਚ ਬੰਮ ਸੀ ਜੋ ਹਾਥੀ ਦਾ ਨਾਮ ਸੀ। ਸਹੀ ਉੱਤਰ ਇਹਦਾ 29ਵੇਂ ਦਾ ਈੜੀ। ਤੀਮਾ ਤੇ ਅਖੀਰਲਾ ਪ੍ਰਸ਼ਨ ਇਹ ਵੀ ਪਿਆਰੇ ਵਿਦਿਆਰਥੀਓ ਧਿਆਨ ਦੇ ਨਾਲ ਦੇਖਣਾ, ਸਮਝਣਾ ਤੇ ਹੱਲ ਕਰਨਾ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਕਹਾਣੀ ਸੰਗ੍ਰਹਿ ਨੇ ਤੇ ਨਾਲ ਤੁਸੀਂ ਮੈਚ ਕਰਨੇ ਨੇ ਕਿ ਉਹਨਾਂ ਦਾ ਪ੍ਰਕਾਸ਼ਨ ਸਾਲ ਕੀ ਹੈ। ਤਾਂ ਤੁਸੀਂ ਇਹਨਾਂ ਦੇ ਵਿੱਚ ਆਪਸ਼ਨ ਭਰ ਕੇ ਤੁਸੀਂ ਕਮੈਂਟ ਕਰਿਓ ਕਿ ਪ੍ਰੀਤ ਕਹਾਣੀਆਂ ਦਾ ਪ੍ਰਕਾਸ਼ਨ ਸਾਲ ਕੀ ਹੈ। ਭਾਬੀ ਮੈਨਾ, ਵੀਨਾ ਵਿਨੋਦ ਤੇ ਸ਼ਬਨਮ।